ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਨੇ ਤਾਪ ਨਿਵਾਰਨ ਹਾਰਾ, ਦੁਖ ਅੰਤ ਸੁਖ ਰਾਸ। ਤਾਂ ਕੋ ਬਿਗਨ ਨ ਕੋ ਲਾਗੈ, ਜਾ ਕੇ ਪ੍ਰਭ ਆਗੈ ਅਰਦਾਸ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਬੱਗੈ ਘਾਤੀ। ਪਰਨਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਹਾਜ਼ਰਾ ਹਜ਼ੂਰ ਚਾਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤਸੰਗੀ ਜਨੋ, ਸਾਧ ਸੰਗਤ ਜੀ, ਵੱਡੇ ਭਾਗਾ ਵਾਲਿਓ, ਪਰਮ ਪਿਤਾ ਪਰਮਾਤਮਾ ਜੀ ਦੀ ਹਾਜ਼ਰੀ ਪਾ ਰਹੇ ਹੋ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਲਵਾਈਏ। ਇੱਕ ਮਨ ਇੱਕ ਚਿੱਤ ਹੋ ਕੇ ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਨੂੰ ਇਕਾਗਰਤਾ ਕਰਦੇ ਹੋਏ, ਸ਼ਾਂਤੀ ਬਖਸ਼ਦੇ ਹੋਏ, ਨਾਮ ਸਿਮਰਨ ਦੇ ਨਾਲ ਜੁੜਦੇ ਹੋਏ ਗੁਰੂ ਸਾਹਿਬ ਜੀ ਦੀਆਂ ਗੱਲਾਂ ਬਾਤਾਂ ਕਰੀਏ ਆਪਾਂ, ਜੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਮਝਾਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸੋ ਗੁਰੂ ਸਾਹਿਬ ਆਪਾਂ ਨੂੰ ਕੀ ਕਹਿੰਦੇ ਹਨ, ਆਓ ਵੇਖੀਏ, ਸੁਣੀਏ, ਹੈ ਨਾ। ਵਾਹਿਗੁਰੂ ਜੀ, ਕੱਲ ਆਪਾਂ ਨੇ ਗੁਰੂ ਪ੍ਰਸਾਦ ਤੱਕ, ਗੁਰਪ੍ਰਸਾਦ ਤੱਕ ਗੁਰੂ ਸਾਹਿਬ ਜੀ ਤੋਂ, ਗੁਰੂ ਸਾਹਿਬ ਜੀ ਦੀ ਬਾਣੀ ਸਰਵਣ ਕੀਤੀ। ਉਸ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਕੀ ਕਿਹਾ, ਕੀ ਸਮਝਾਇਆ, ਉਹਦਾ ਕੀ ਅਰਥ ਹੈ, ਸੋ ਸਮਝਿਆ। ਮੂਸੇ ਪੈਗੰਬਰ ਦੀ ਸਾਖੀ ਵੀ ਆਪਾਂ ਨੇ ਕੱਲ ਸਰਵਣ ਕੀਤੀ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਮੂਸੇ ਪੈਗੰਬਰ ਦੀ ਸਾਖੀ ਹੈ, ਇਸੇ ਤਰ੍ਹਾਂ ਅੱਜ ਦਾਸ ਤੁਹਾਨੂੰ ਇੱਕ ਹੋਰ ਸਾਖੀ ਸੁਣਾ ਰਿਹਾ ਹੈ, ਜੋ ਕਿ ਇੱਕ ਰਾਜੇ ਅਤੇ ਇੱਕ ਰਾਣੀ ਦੀ ਹੈ। ਇੱਕ ਰਾਜਾ ਸੀ ਤੇ ਇੱਕ ਉਸ ਦੀ ਰਾਣੀ ਸੀ। ਰਾਜੇ ਨੂੰ ਕਿਸੇ ਕਾਰਨ ਕਰਕੇ ਸਾਧ ਸੰਗ ਬਹੁਤ ਬਾਹਰ ਜਾਣਾ ਪਿਆ। ਮੌਸਮ ਗਰਮੀ ਦਾ ਸੀ। ਰਾਜੇ ਦੇ ਬਾਹਰ ਜਾਣ ਤੋਂ ਉਪਰੰਤ ਜੋ ਰਾਜੇ ਦੀ ਰਾਣੀ ਸੀ, ਉਹ ਕਿਸੇ ਪਰ ਪੁਰਸ਼ ਦੇ ਨਾਲ ਵਿਚਾਰ ਕਰਨ ਲੱਗੀ। ਗਰਮੀ ਦਾ ਸਮਾਂ ਹੋਣ ਕਰਕੇ ਉਹ ਆਪਣੇ ਮਹਿਲ ਮੰਦਰ ਦੇ ਉੱਪਰ, ਛੱਤ ਦੇ ਉੱਪਰ ਚੜ੍ਹ ਕੇ ਉਸ ਪੁਰਸ਼ ਦੇ ਨਾਲ ਸੁੱਤੀ ਪਈ ਸੀ। ਸਾਧ ਸੰਗਤ, ਸਮਾਂ ਪੈਣ ਤੇ ਕੁਝ ਸਮੇਂ ਬਾਅਦ ਰਾਜਾ ਆਪਣਾ ਕੰਮ ਜੋ ਸੀ ਨਿਬੇੜ ਕੇ ਵਾਪਸ ਆਇਆ। ਤੇ ਜਦੋਂ ਰਾਜਾ ਆਪਣੇ ਮੰਦਰ ਪਰ ਚੜ੍ਹਿਆ, ਮਹਿਲ ਪਰ ਚੜ੍ਹਿਆ, ਉਸਨੇ ਕੀ ਵੇਖਿਆ ਕਿ ਉਸ ਦੀ ਰਾਣੀ ਕਿਸੇ ਪਰਪੁਰਸ਼ ਨਾਲ ਵਿਚਾਰ ਕਰ ਰਹੀ ਹੈ, ਸੁੱਤੀ ਪਈ ਹੈ। ਸਾਧ ਸੰਗਤ ਜੀ, ਰਾਜੇ ਨੇ ਦੂਰ ਅੰਦੇਸ਼ੀ ਨਾਲ ਸੋਚਿਆ ਕਿ ਅੱਜ ਇਹ ਮੈਂ ਵੇਖਿਆ ਕਿ ਜੇਕਰ ਦਿਨ ਚੜ੍ਹਦੇ ਨੂੰ ਲੋਕਾਂ ਨੇ ਵੇਖ ਲਿਆ ਤਾਂ ਕੀ ਕਹਿਣਗੇ। ਇਹ ਸੋਚ ਕੇ ਰਾਜੇ ਨੇ ਆਪਣੇ ਉੱਪਰ ਲਿਆ ਤਸਾਲਾ, ਉਹਨਾਂ ਦੇ ਉੱਪਰ ਪਾ ਦਿੱਤਾ ਤੇ ਆਪ ਆਪਣੇ ਮੰਦਰ ਦੇ ਵਿੱਚ ਜਾ ਕੇ ਸੌਂ ਗਿਆ। ਸੋ ਜਦੋਂ ਰਾਜੇ ਦੀ ਤੇ ਉਸ ਪੁਰਸ਼ ਦੀ ਅੱਖ ਖੁੱਲੀ, ਜਾਗ ਆਈ, ਸਾਧ ਸੰਗਤ, ਰਾਣੀ ਨੇ ਉਹ ਤਸਾਲਾ ਪਹਿਚਾਣ ਲਿਆ ਤੇ ਬੜੀ ਸ਼ਰਮਿੰਦਾ ਹੋਈ, ਡਰ ਨਾਲ ਕੰਬਣ ਲੱਗੀ ਕਿ ਪਤਾ ਨਹੀਂ ਰਾਜਾ ਮੈਨੂੰ ਕੀ ਸਜ਼ਾ ਦੇਵੇਗਾ। ਪਰ ਰਾਜਾ ਧਰਮੀ ਸੀ, ਪਰਮਾਤਮਾ ਨੂੰ ਮੰਨਣ ਵਾਲਾ ਸੀ, ਉਸ ਦੇ ਹੁਕਮ ਦੇ ਵਿੱਚ ਰਹਿਣ ਵਾਲਾ ਸੀ।
राजे ने दुसाला ये समझ के पाया सी कि कोई गल नहीं, इंसान है, गलतियां हो जाती हैं। ये सोच के राजे ने तो वो गल अपने मन के विचों विचार दी सी, दूर कर दी सी, कढ़ दी सी, पर राणी डर रही सी। समा पैंदा राजा बीमार पै जाता है, पर राणी राजे दे कोल नहीं जाती, डरदी, शर्म दी मारी। बीमार पैण तो उपरंत जदों राजे नूं अपने ठीक होने का कोई हल नहीं लगेगा तो ज़्यादा बीमार हो रहा सी, तो उसने अपने राज भाग का सारा जो लिखा सी उस राणी के नाम कर दिता जिस देवपुरुष ने दुसाला पाया सी। ते अपने मंत्रियों संतरियों नूं बुला के, अपने पुत्र नूं बुला के कहा कि राज भाग तुसीं नेक नीति नाल परमात्मा के हुक्म के अनुसार चलाउणा है कि राज भाग के मालक मेरी ये राणी है, तुसीं इहदे जो काम करना है सो उसनूं पुछ के करना है। ते जदों राणी नूं इस गल का पता लगा कि राजा जी इन्ने बीमार हैं ते ज़्यादा लंबा समा जी नहीं सकते, तो वो राजे के चरणों पर आके अपना मूँह कज के, भुख नहीं उसने विखाया राजे को, पर रोन लग पई, बहुत ज़्यादा रोई ते अपने हंझुआं नाल राजे के पैर धो दिते। जदों राजे ने कहा कि हे राणी, मैं तो सारा कुछ तैनूं दे दिता, ये सारा हुक्म तेरा चलना है, राज भाग तेरा है, फिर तू क्यों रो रही है। तो राणी ने कहा कि हे राजन, मैं राज भाग करके नहीं रो रही, मैं इस करके रो रही हाँ कि हुण मेरे परदे कौन कजेगा, मेरा परदा कौन ढकेगा। तो राजे ने कहा राणी, मैं परदे ढकण वाला कौन, ये तो उस वाहिगुरू ने हुक्म दिता, उसकी किरपा हुई, परदे ढकण वाला वो परमात्मा है, उसका सिमरन कीता करो, परमात्मा के नाल जुड़िया करो, उसके नाम सिमरन दे विच रुझे रहो, सच्चाई की किरत करो, हक सच नाल चलो, तो सब दे परदे ढकण वाला वो परम पिता परमात्मा अकाल पुरख आप है। राणी उसके सिमरन दे विच जुड़े रहा करो, सच का बोलो, सच करो, सच कमाओ, किरत करो, वंड के छको। सो राजन दे ये वचन सुन के राणी नूं संतुष्टि भी हुई ते आपां नूं भी ये सिक्ख्या है कि परदे ढकण वाला परम पिता परमात्मा अकाल पुरख वाहिगुरू है। जिवें कि गुरु साहब कहते हैं, कीतियां कुटंग गुझा थीए, ना हित नानक तैसह ढकिया, मन में सच्चा मित। साध संगत जी, सारे पर्दे ढकण वाला वो परमात्मा वाहिगुरू अकाल पुरख है सब दे। माटी ते जिन साजिया कर दुर्लभ देह, अनेक छिद्र मन में ढके निर्मल दृष्टि। मिट्टी तो साजण वाला इस देह नूं वो परम पिता परमात्मा आप ही परदे ढक लैंदा है इस निर्मल रूप दे। इस करके उस अकाल पुरख वाहिगुरू दा अनुग्रह सारियां तो गुरु वड्डा है। गुर चेतन प्रसाद आनंद ते सत आदि विच लिखिया है, वो परमात्मा सत है। साध संगत जी, ये गल्लां सुनते हुए साहिब श्री गुरु नानक देव जी अपनी गुरबाणी दे विच गुरु ग्रंथ साहिब जी आपां नूं समझा, गुरु साहब जी आपां नूं समझा रहे हैं कि हे भगत जनों, परमात्मा ते भरोसा रखो, पढ़ते कजण वाला वो परम पिता परमात्मा आप है।
ਤੇ ਗੁਰਬਾਣੀ ਜੋ ਜਪਜੀ ਸਾਹਿਬ ਦੀ ਬਾਣੀ ਹੈ, ਇਸ ਨੂੰ ਲਿਖਦੇ ਸਮੇਂ ਜੋ ਸਿੱਧਾ ਨਾਲ ਗੱਲਬਾਤ ਗੁਰੂ ਸਾਹਿਬ ਜੀ ਦੀ ਹੋਈ, ਉਹ ਇਸ ਪ੍ਰਕਾਰ ਦਾ। ਸਿੱਧਾ ਨੇ ਬੇਨਤੀ ਕੀਤੀ, ਇਹ ਗੁਰੂ ਜੀ, ਅਸਾਂ ਨੇ ਨਿਸ਼ਚਿਤ ਕਰ ਲਿਆ ਹੈ ਕਿ ਜੋ ਆਪ ਜੀ ਨੇ ਮੰਤਰ ਅਰਥਾਂ ਸਹਿਤ ਹਨ, ਨਿਰਾਰਥ ਨਹੀਂ, ਪਰੰਤੂ ਆਪ ਜੀ ਦੇ ਮੰਤਰ ਵਿਖੇ ਅਤੀ ਵਿਅਪਤੀ ਔਰ ਗੌਰਵਤਾ ਦੋਸ਼ ਆਦਿ ਪ੍ਰਤੀਤ ਹੋ ਰਹੇ ਹਨ। ਸਤ, ਆਪ ਜੀ ਨੇ ਸਤ ਸ਼ਬਦ ਹੀ ਰਹਿਣ ਦਿੰਦੇ, ਇਹੀ ਬ੍ਰਹਮ ਦਾ ਵਾਚਕ ਸੀ। ਨਾਮ ਸ਼ਬਦ ਕਿਉਂ ਹੈ, ਕਿਸ ਲਈ ਕਿਹਾ? ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਨਿਆਇਕ ਮਤ ਵਾਲਿਆਂ ਨੇ ਸਤ ਆਕਾਸ਼ ਨੂੰ ਮੰਨਿਆ ਹੈ। ਅਸਾਂ ਨੇ ਤਾਂ ਲਕਸ਼ਣ ਕੀਤਾ ਹੈ ਸ੍ਰੀ ਬ੍ਰਹਮ ਦਾ, ਤੇ ਨਾਇਕ ਮਤ ਵਾਲਿਆਂ ਨੇ ਅਨੁਸਾਰ ਘਟ ਗਿਆ ਆਕਾਸ਼ ਵਿੱਚ, ਇਸ ਲਈ ਅਸੀਂ ਨਾਮ ਸ਼ਬਦ ਕਿਹਾ ਹੈ। ਉਹ ਪਰਮਾਤਮਾ ਸਤ ਹੈ ਅਤੇ ਨਾਮ ਪ੍ਰਸਿੱਧ ਹੈ, ਕਿਉਂਕਿ ਨਾਇਕ ਮਤ ਵਾਲਿਆਂ ਨੇ ਆਕਾਸ਼ ਨੂੰ ਸਤ ਤਾਂ ਮੰਨਿਆ ਹੈ, ਪਰੰਤੂ ਪ੍ਰਸਿੱਧ ਨਹੀਂ ਮੰਨਿਆ। ਤੇ ਸਿੱਧਾ ਨੇ ਫੇਰ ਬੇਨਤੀ ਕੀਤੀ, ਬਾਬਾ ਜੀ, ਆਪ ਜੀ ਨਾਮ ਹੀ ਰਹਿਣ ਦਿੰਦੇ, ਫਿਰ ਕਰਤਾ ਕਿਉਂ ਹੈ? ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਨਾਇਕ ਮਤ ਵਾਲਿਆਂ ਦੇ ਨਾਮ ਪ੍ਰਸਿੱਧ ਸੰਸਾਰ ਨੂੰ ਮੰਨਿਆ ਹੈ। ਅਸਾਂ ਨੇ ਤਾਂ ਉਸਦੇ ਆਕਾਰ ਨੂੰ, ਉਸਦੇ ਲੱਛਣਾਂ ਨੂੰ ਵਰਣਨ ਕੀਤਾ ਹੈ। ਬ੍ਰਹਮ ਦਾ ਤੇ ਨਾਇਕ ਮਤ ਵਾਲਿਆਂ ਦੇ ਅਨੁਸਾਰ ਘਟ ਗਿਆ ਸੰਸਾਰ ਵਿੱਚ, ਇਸ ਲਈ ਅਸੀਂ ਕਰਤਾ ਸ਼ਬਦ ਕਿਹਾ ਹੈ। ਉਹ ਪਰਮਾਤਮਾ ਸਾਰੇ ਸੰਸਾਰ ਦਾ ਕਰਨ ਵਾਲਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇਸ ਲਈ ਅਸੀਂ ਕਰਤਾ ਲਾਇਆ। ਤਾਂ ਕਰਤਾ ਸ਼ਬਦ ਕਿਹਾ, ਉਹ ਪਰਮਾਤਮਾ ਸਾਰੇ ਸੰਸਾਰ ਦੇ ਕਰਨ ਵਾਲਾ ਹੈ, ਉਸ ਨੂੰ ਬਣਾਉਣ ਵਾਲਾ ਹੈ। ਸਿੱਧਾ ਆਖਿਆ ਕਰਤਾ ਹੀ ਰਹਿਣ ਦਿੰਦੇ, ਪੁਰਖ ਕਿਉਂ ਕਿਹਾ? ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਜਗਤ ਦੇ ਕਰਤਾ ਮਾਇਆ ਤੇ ਹੈ, ਇਸ ਲਈ ਪੁਰਖ ਕਹਿਣਾ ਪਿਆ। ਸ਼ਬਦ ਕਿਹਾ ਕਿਉਂਕਿ ਮਾਇਆ ਇਸਤਰੀ ਹੈ, ਪੁਰਖ ਪਾਉਣਾ ਉਸ ਵਿੱਚ ਨਹੀਂ ਘਟਦਾ। ਸਿੱਧਾ ਆਖਿਆ ਪੁਰਖ ਹੀ ਰਹਿਣ ਦਿੰਦੇ, ਨਿਰਭਉ ਕਿਉਂ ਕਿਹਾ? ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਮਹਾਂਪੁਰਸ਼ੋ, ਸੰਸਾਰ ਵਿੱਚ ਆਮ ਲੋਕ ਆਪਣੇ ਆਪ ਨੂੰ ਪੁਰਖ ਆਖਦੇ ਹਨ। ਅਸੀਂ ਤਾਂ ਪਰਮ ਪਿਤਾ ਪਰਮਾਤਮਾ ਦੇ ਲੱਛਣ ਬਿਆਨ ਕੀਤੇ ਹਨ ਕਿ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਦੇ ਵਰਤ ਗਿਆ, ਤੇ ਉਹ ਪੁਰਸ਼ਾਂ ਵਿੱਚ, ਇਸ ਕਰਕੇ ਅਸੀਂ ਇਹ ਕਿਹਾ ਕਿ ਉਹ ਨਿਰਭਉ ਹੈ। ਨਿਰਭਉ ਸ਼ਬਦ ਇਸ ਲਈ ਕਿਹਾ ਕਿਉਂਕਿ ਉਸ ਨੂੰ ਕਿਸੇ ਦਾ ਭੈ ਨਹੀਂ, ਉਹ ਨਿਰਭਉ ਹੈ। ਕਿਉਂਕਿ ਪੁਰਸ਼ ਸਾਰੇ ਡਰਦੇ ਸਹਿਤ ਹਨ, ਪਰ ਪਰਮਾਤਮਾ ਡਰ ਤੋਂ ਰਹਿਤ ਹੈ। ਸਗਲ ਸਮਗਰੀ ਡਰੈ ਵਿਆਪੀ, ਬਿਨ ਡਰ ਕਰਣੈ ਹਾਰਾ। ਫਿਰ ਸਿੱਧਾ ਨੇ ਆਖਿਆ, ਹੈ ਬਾਬਾ ਜੀ, ਆਪ ਨਿਰਭਉ ਰਹਿਣ ਦਿੰਦੇ, ਨਿਰਵੈਰ ਕਿਉਂ ਕਿਹਾ? ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਨਿਰਭਉ ਡਰ ਤੋਂ ਰਹਿਤ ਪਰ ਹਰਨਾਕਸ਼ ਹੋਇਆ ਹੈ। ਜਿਸ ਨੇ ਹਰ ਜਗ੍ਹਾ ਤੇ ਆਪਣਾ ਨਾਮ ਜਪਾਇਆ, ਜਲੈ ਹਰਨਾਖਸ਼, ਥਲੇ ਹਰਨਾਖਸ਼, ਹੈ ਭੀ ਹਰਨਾਖਸ਼, ਹੋਸੀ ਭੀ ਹਰਨਾਖਸ਼। ਅਤੇ ਇਸ ਦਾ ਆਉਣਾ ਸੁਣ ਕੇ ਵਿਸ਼ਨੂੰ ਵੀ ਵੈਕੁੰਠ ਚੋਂ ਆਪਣਾ ਸਿੰਘਾਸਨ ਛੱਡ ਕੇ ਚਲਾ ਗਿਆ ਸੀ। ਅਸਾਂ ਲਕਸ਼ਣ ਕੀਤਾ ਸੀ ਕਿ ਬ੍ਰਹਮ ਤਾਂ ਵਰਤ ਗਿਆ ਹਰਨਾਕਸ਼ ਆਦਿਕਾ ਵਿੱਚ, ਇਸ ਦੇ ਅਸੀਂ ਨਿਰਵੈਰ ਵੀ ਕਹਿ ਦਿੱਤਾ, ਕਿਉਂਕਿ ਹਰਨਾਕਸ਼ ਨਿਰਵੈਰ ਨਹੀਂ ਹੋਇਆ। ਉਹ ਤਾਂ ਆਪਣੇ ਭਰਨਾ ਹਿਰਨਕਸ਼ਪ ਦਾ ਬਦਲਾ ਲੈਣ ਵਾਸਤੇ ਵਿਸ਼ਨੂੰ ਨਾਲ ਜੰਗ ਕਰਨ ਲਈ ਤੀਬਰ ਇੱਛਾ ਵਿੱਚ ਰਿਹਾ ਸੀ। ਸਿੱਧਾ ਨੇ ਆਖਿਆ, ਨਿਰਵੈਰ ਹੀ ਰਹਿਣ ਦਿੰਦੇ, ਅਕਾਲ ਮੂਰਤ ਕਿਉਂ ਕਿਹਾ? ਗੁਰੂ ਜੀ ਨੇ ਉੱਤਰ ਦਿੱਤਾ, ਨਿਰਵੈਰ ਤਾਂ ਮਹਾਤਮਾ ਵੀ ਹਨ,
ਮਹਾਤਮਾ ਵੀ ਕਿਸੇ ਦੇ ਨਾਲ ਵੈਰ ਨਹੀਂ ਰੱਖਦੇ। ਲਕਸ਼ਣ ਕੀਤਾ ਸੀ ਬ੍ਰਹਮ ਤਾਂ ਵਰਤ ਗਿਆ ਮਹਾਤਮਾ ਵਿਖੇ, ਇਸ ਕਰਕੇ ਅਸੀਂ ਅਕਾਲ ਮੂਰਤ ਕਹਿ ਦਿੱਤਾ। ਕਿਉਂਕਿ ਪਰਮਾਤਮਾ ਅਕਾਲ ਮੂਰਤ ਹੈ, ਮਹਾਤਮਾ ਅਕਾਲ ਮੂਰਤ ਨਹੀਂ ਹਨ। ਸਿੱਧਾ ਆਖਿਆ ਅਕਾਲ ਮੂਰਤ ਹੀ ਰਹਿਣ ਦਿੰਦੇ, ਅਜੂਨੀ ਕਿਉਂ ਕਹੇ। ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਬਹੁਤ ਮਤ ਵਾਲਿਆਂ ਨੇ ਅਕਾਲ ਮੂਰਤ ਪ੍ਰਭੂ ਸੁਭਾਵ ਮੰਨਿਆ ਹੈ। ਬੜਾ ਉਤਪੰਨ ਹੈ ਉਹ ਕਿ ਤਾਂ ਵਸ ਹੋ ਗਿਆ ਹੈ, ਭਾਵ ਨਾਸ। ਉਸ ਤੋਂ ਉਤਪੰਨ ਹੋਇਆ ਜੋ ਘੜੇ ਦਾ ਭਾਵ ਹੈ, ਉਸ ਦਾ ਨਾਮ ਪ੍ਰਭੂ ਸੁਭਾਵ ਹੈ। ਉਸ ਅਭਾਵ ਨੂੰ ਉਹ ਨਿੱਤ ਮੰਨਦੇ ਹਨ। ਜਿਵੇਂ ਕਿਸੇ ਨੇ ਡੰਡਾ ਲੈ ਕੇ ਘੜਾ ਬੰਨ ਦਿੱਤਾ ਜਾਂ ਖੂਹ ਦੀਆਂ ਟਿੰਡਾਂ ਟੁੱਟ ਜਾਂਦੀਆਂ ਹਨ ਤਾਂ ਉਸ ਦੀਆਂ ਠੀਕਰੀਆਂ ਮੁੱਦਤਾਂ ਤੱਕ ਪਈਆਂ ਰਹਿੰਦੀਆਂ ਹਨ। ਉਹਨਾਂ ਦਾ ਨਾਸ ਨਹੀਂ ਮੰਨਦੇ, ਉਸ ਨੂੰ ਪ੍ਰਭੂ ਸੁਭਾਵ ਕਹਿੰਦੇ ਹਨ। ਅਸਾਂ ਲਕਸ਼ਣ ਕੀਤਾ ਸ੍ਰੀ ਬ੍ਰਹਮ ਦਾ ਤੇ ਘਟ ਗਿਆ ਬ੍ਰਹਮ ਪ੍ਰਸ਼ਾਦ। ਪ੍ਰਭੂ ਸੁਭਾਵ ਵਿਖੇ ਇਸ ਲਈ ਅਜੂਨੀ ਕਹਿ ਦਿੱਤਾ ਹੈ। ਪਦ ਕਹਿ ਕਿਉਂਕਿ ਪ੍ਰਭੂ ਸੁਭਾਵ ਅਜੂਨੀ ਨਹੀਂ ਹੈ ਤੇ ਪਰਮਾਤਮਾ ਜੂਨੀਆਂ ਤੋਂ ਰਹਿਤ ਹੈ। ਬਹੁਤ ਮਤ ਵਾਲਿਆਂ ਵਿੱਚ ਚਾਰ ਅਭਾਵ ਪਦਾਰਥ ਹਨ। ਪ੍ਰਗਾ ਭਾਵ ਘੜੇ ਦੀ ਉਤਪਤੀ ਤੋਂ ਪਹਿਲੇ ਜੋ ਕਾਬਲਾ ਵਿਖੇ ਘੜੇ ਦਾ ਭਾਵ ਹੈ, ਉਸ ਦਾ ਨਾਮ ਪ੍ਰਗਾ ਭਾਵ ਹੈ। ਪ੍ਰਦੂਸ਼ਾ ਭਾਵ ਘੜਾ ਉਤਪੰਨ ਹੋ ਕੇ ਤਾਂ ਵਸ ਹੋ ਗਿਆ, ਭਾਵ ਨਾਸ। ਉਸ ਤੋਂ ਉਤਪੰਨ ਹੋਇਆ ਜੋ ਘਟ ਦਾ ਅਭਾਵ ਹੈ, ਉਸ ਦਾ ਨਾਮ ਹੈ ਪ੍ਰਭੂ ਸੁਭਾਵ ਹੈ। ਧੁੰਸ ਜਨ ਭਾਵ ਹੋ ਗਿਆ, ਭਾਵ ਤਵਸ ਤੋਂ ਉਤਪੰਨ ਹੋਇਆ ਜੋ ਅਭਾਵ ਹੈ, ਉਸ ਨੂੰ ਉਹ ਨਿੱਤ ਮੰਨਦੇ ਹਨ। ਅਨਿਓ ਨਾਨਾ ਭਾਵ ਘਟ ਦਾ ਪਟ ਕਿੰਨੇ ਅਭਾਵ ਹੈ, ਪਟ ਕਾ ਘਟ ਮੇ ਅਭਾਵ ਹੈ। ਇਸ ਦਾ ਨਾਮ ਅਨਿਓ ਭਾਵ ਹੈ, ਘਟ ਵਿੱਚ ਪਟ ਵਿੱਚ ਨਹੀਂ ਰਹਿੰਦਾ, ਸੋ ਹੀ ਉਹਨਾਂ ਦਾ ਪਰਸਪ ਭਾਵ ਹੈ। ਚੌਥਾ ਅਤਿਅੰਤਾ ਭਾਵ ਜੈਸੇ ਬੰਝਿਆ ਦੇ ਪੁੱਤਰ ਦਾ ਅਤਿਅੰਤ ਅਭਾਵ ਹੈ। ਘੜੇ ਦੇ ਦੋ ਵੱਖੋ ਵੱਖਰੇ ਹਿੱਸਿਆਂ ਨੂੰ ਕਪਾਲ ਆਖਦੇ ਹਨ। ਛੇ ਜੋਤੀ ਸੂਰਜ ਚੰਦਰਮਾ ਤਾਰੇ ਬਿਜਲੀ ਅਗਨੀ ਪਾਣੀ। ਸਾਧ ਸੰਗਤ ਜੀ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹਨਾਂ ਦੇ ਭਾਵ ਦੱਸੇ ਤੇ ਸਿੱਧਾ ਨੇ ਆਖਿਆ ਅਜੂਨੀ ਸ਼ਬਦ ਹੀ ਵੇ ਰਹਿਣ ਦਿੰਦੇ, ਸਹਿਭੰਗ ਕਿਉਂ ਕਿਹਾ। ਤਾਂ ਗੁਰੂ ਸਾਹਿਬ ਨੇ ਕਿਹਾ ਬਹੁਤ ਮਤ ਵਾਲਿਆਂ ਨੇ, ਨਾਇਕ ਮਤ ਵਾਲਿਆਂ ਨੇ ਅਜੂਨੀ ਪ੍ਰਗਾ ਭਾਵ ਮੰਨਿਆ ਹੈ। ਘੜੇ ਦੀ ਉਤਪਤੀ ਤੋਂ ਪਹਿਲਾਂ ਕਪਾਲਾਂ ਵਿੱਚ ਘੜੇ ਜੂਨੀ ਦਾ ਭਾਵ ਹੈ, ਉਸੇ ਨੂੰ ਪ੍ਰਗਾ ਭਾਵ ਆਖਦੇ ਹਨ। ਇਸ ਕਰਕੇ ਅਸਾਂ ਨੇ ਸਹਿਭੰਗ ਪਦ ਕਹਿ ਸਿੱਧਾ ਆਖਿਆ, ਸਹਿਭੰਗ ਹੀ ਰਹਿਣ ਦਿੰਦੇ। ਗੁਰੂ ਕਿਉਂ ਕਿਹਾ। ਗੁਰੂ ਜੀ ਨੇ ਉੱਤਰ ਦਿੱਤਾ ਸਹਿਭੰਗ ਉੱਤੇ ਪ੍ਰਕਾਸ਼ ਸਰੂਪ ਛੇ ਜੋਤੀ ਹਨ, ਇਸ ਕਰਕੇ ਅਸਾਂ ਨੇ ਗੁਰ ਪਦ ਕਿਹਾ ਹੈ। ਸਿੱਧਾ ਆਖਿਆ ਗੁਰੂ ਜੀ ਹੀ ਰਹਿਣ ਦਿੰਦੇ, ਪਰੰਤੂ ਪ੍ਰਸ਼ਾਦ ਕਿਉਂ ਕਿਹਾ। ਤਾਂ ਗੁਰੂ ਜੀ ਨੇ ਉੱਤਰ ਦਿੱਤਾ ਵੱਡਾ ਪਰਮੇਸ਼ਰ ਪਰਬਤ ਵੀ ਹੈ, ਪਰੰਤੂ ਉਹ ਕਿਰਪਾ ਕਰਨ ਵਾਲਾ ਨਹੀਂ। ਵੱਡਾ ਸੁਮੇਰ ਪਰਬਤ ਵੀ ਹੈ, ਪਰੰਤੂ ਉਹ ਕਿਰਪਾ ਕਰਨ ਵਾਲਾ ਨਹੀਂ ਹੈ। ਤੇ ਅਕਾਲ ਪੁਰਖ ਸਭ ਉੱਤੇ ਪ੍ਰਸਿੱਧ ਅਨੁਗ੍ਰਹਿ ਕਰਨ ਵਾਲਾ ਹੈ ਅਤੇ ਸਤ ਚਿੰਤ ਆਨੰਦ ਸਰੂਪ ਹੈ। ਇਹਨਾਂ ਲੱਛਣਾਂ ਦੇ ਹੋਣ ਕਰਕੇ ਅਤੇ ਵਿਆਪਤੀ ਦੇ ਗੌਰਵਤਾ ਆਦਿ ਕੋਈ ਦੋਸ਼ ਨਹੀਂ ਬਣ ਸਕਦੇ। ਜਪ ਇਸ ਬਾਣੀ ਦਾ ਨਾਮ ਹੈ, ਆਪ ਜਪੋ
ਸੰਗਤ ਪਾਸੋਂ ਜਪਾਓ। ਇਹ ਮੂਲ ਮੰਤਰ ਆਪਾਂ ਦੇ ਜਪਤ ਅਰਥਾਤ ਭਾਵ ਕਰਨ ਵਾਲਾ ਹੈ। ਇਸ ਮੰਤਰ ਕਰਕੇ ਪਰਮਾਤਮਾ ਜਪ ਜਾਣਿਆ ਜਾਂਦਾ ਹੈ। ਇਹ ਮੰਤਰ ਆਪ ਪਵਿੱਤਰ ਹੈ, ਹੋਰਨਾਂ ਨੂੰ ਜਪ ਪਵਿੱਤਰ ਕਰਨ ਵਾਲਾ ਹੈ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਰਿਆਂ ਕਰਕੇ ਜਪ ਪੂਜਨੀਕ ਹੈ। ਉਹਨਾਂ ਸਿੱਧਾ ਆਖਿਆ, ਆਪ ਜੀ ਨੇ ਪਿੱਛੇ ਇਹ ਮੰਤਰ ਵੇਦਾਂਤ ਮਤ ਦੇ ਅਨੁਸਾਰ ਕਿਹਾ। ਵੇਦਾਂਤ ਗ੍ਰੰਥਾਂ ਵਿੱਚ 4 ਅਨੁਬੰਧ ਲਿਖੇ ਹਨ। ਤੁਹਾਡੇ ਮੰਤਰ ਵਿੱਚ ਅਨੁਬੰਧ ਮਾਲੂਮ ਨਹੀਂ ਹੁੰਦੇ। ਸ਼ੰਕਾ, ਅਨੁਬੰਧ ਕਿਸ ਨੂੰ ਕਹਿੰਦੇ ਹਨ? ਉੱਤਰ ਗੁਰੂ ਸਾਹਿਬ ਜੀ ਨੇ ਦਿੱਤਾ, ਨਿਰੰਤਰ ਜੋ ਗ੍ਰੰਥ ਦੇ ਅੰਦਰ ਗ੍ਰੰਥ ਕਰਤਾ ਨੇ ਬੰਧ ਨਿਯਮ ਕੁਤਨ ਕੀਤੇ ਹੋਣ, ਉਸ ਦਾ ਨਾਮ ਅਨੁਬੰਧ ਹੈ। ਗੁਰੂ ਜੀ ਨੇ ਕਿਹਾ, 4 ਅਨੁਬੰਧ ਇਸੇ ਮੰਤਰ ਵਿੱਚ ਹਨ। ਗੁਰ ਪ੍ਰਸਾਦ ਸਤਿਨਾਮ ਜਪ, ਇਹ ਅਧਿਕਾਰੀ ਅਨੁਬੰਧ ਹੈ, ਕਿਉਂਕਿ ਗੁਰਾਂ ਦੀ ਕਿਰਪਾ ਵਾਲਾ ਹੀ ਅਧਿਕਾਰੀ ਪੁਰਸ਼ ਹੈ ਅਤੇ ਉਹੀ ਸਤਿਨਾਮ ਮੰਤਰ ਨੂੰ ਜਪ ਸਕਦਾ ਹੈ। ਕਰਤਾ ਪੁਰਖ, ਕਰਤਾ ਪੁਰਖ, ਕਰਤਾ ਭੋਗਤਾ ਜੀਵ ਪੁਰਖ ਪਰਮਾਤਮਾ, ਇਹਨਾਂ ਦੋਹਾਂ ਦੀ ਜੋ ਏਕਤਾ ਹੈ, ਭਾਵ ਜੀਵ ਈਸ਼ਵਰ ਦੀ ਅਭੇਦਤਾ ਕਰਨੀ ਹੀ ਇਸ ਮੰਤਰ ਦਾ ਵਿਸ਼ੇ ਹੈ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਇਹ ਪ੍ਰਯੋਜਨ ਅਨੁਬੰਧ ਹੈ। ਪਰਮਾਨੰਦ, ਕਰਤਾ ਪੁਰਖ ਸਭ ਇੱਕ ਹੈ। ਸੋ ਪਰਮਾਨੰਦ ਦੀ ਪ੍ਰਾਪਤੀ ਤੇ ਸੰਸਾਰ ਅਨਰਥ ਦੁੱਖ ਦੀ ਨਿਵਰਤੀ ਇਸ ਮੰਤਰ ਦਾ ਪ੍ਰਯੋਜਨ ਕਹੀਏ ਫਲ ਹੈ। ਅਜੂਨੀ ਪਦ ਕਰਕੇ ਸੰਸਾਰ ਅਨਰਥ ਦੁੱਖ ਦੀ ਨਿਵਰਤੀ ਹੈ। ਨਿਰਭਉ ਨਿਰਵੈਰ ਅਕਾਲ ਮੂਰਤ ਸੈਭੰ ਕਰਕੇ ਪਰਮਾਨੰਦ ਦੀ ਪ੍ਰਾਪਤੀ ਹੈ। ਚੌਥਾ ਸੰਬੰਧ ਅਨੁਬੰਧ ਹੈ। ਇਸ ਮੰਤਰ ਦਾ ਹੈ ਬ੍ਰਹਮ ਦਾ ਪ੍ਰਤਿਪਾਦਕ ਪ੍ਰਤਿਆਦ ਭਾਵ ਸੰਬੰਧ ਹੈ। ਮੰਤਰ ਪ੍ਰਤਿਪਾਦਕ ਭਾਵ ਕਥਨ ਕਰਨ ਵਾਲਾ ਹੈ। ਬ੍ਰਹਮ ਪ੍ਰਤਿਪਾਦਯ ਭਾਵ ਕਥਨ ਕਰਨੇ ਯੋਗ ਹੈ। ਮੰਤਰ ਦਾ ਤੇ ਗਿਆਨ ਦਾ ਜਨਕ ਭਾਵ ਸੰਬੰਧ ਹੈ। ਮੰਤਰ ਜਨਕ ਭਾਵ ਉਤਪੰਨ ਕਰਨ ਵਾਲਾ ਹੈ। ਗਿਆਨ ਜਨ ਭਾਵ ਉਤਪੰਨ ਹੋਣ ਯੋਗ ਹੈ। ਤਾਂ ਸਿੱਧਾ ਨੇ ਆਖਿਆ, ਆਪ ਜੀ ਨੇ ਅਕਾਲ ਮੂਰਤ ਦਾ ਅਰਥ ਤ੍ਰਿਦਾ ਮੂਰਤੀ ਕਿਹਾ ਹੈ ਕਿ ਪਰਮਾਤਮਾ ਬ੍ਰਹਮਾ ਵਿਸ਼ਨੂੰ ਸ਼ਿਵ ਰੂਪ ਹੋ ਰਿਹਾ ਹੈ। ਇਸ ਤਰ੍ਹਾਂ ਤ੍ਰਿਦਾ ਰੂਪ ਹੋਣ ਕਰਕੇ ਉਹ ਪ੍ਰਣਾਮਿਆ ਜਾਂਦਾ ਹੋਵੇਗਾ। ਜੇ ਪ੍ਰਣਾਮਿਆ ਗਿਆ ਤਾਂ ਨਾਸਵੰਤ ਵੀ ਹੋਏਗਾ, ਤੇ ਨਾਸ ਰੂਪ ਹੋ ਗਿਆ ਤਾਂ ਵੇਦ ਸ਼ਾਸਤਰ ਸਭ ਨਿਸਫਲ ਹੋ ਜਾਣਗੇ। ਤੁਹਾਡਾ ਮੰਤਰ ਵੀ ਐਵੇਂ ਜਾਏਗਾ। ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਰੂਪ ਪਰਿਤਿਆਗਣ ਰੂਪਾਂਤਰ ਅਮਤੀ ਪ੍ਰਣਾਮਾ। ਜਿਵੇਂ ਦੁੱਧ ਆਪਣੇ ਪਹਿਲੇ ਰੂਪ ਨੂੰ ਛੱਡ ਕੇ ਦੂਜਾ ਦਹੀਂ ਰੂਪ ਨੂੰ ਪ੍ਰਾਪਤ ਹੁੰਦਾ ਹੈ, ਉਹ ਫਿਰ ਦੁੱਧ ਨਹੀਂ ਬਣ ਸਕਦਾ, ਉਸ ਨੂੰ ਪ੍ਰਣਾਮ ਆਖਦੇ ਹਨ। ਜਿਵੇਂ ਪੁੱਤਰ ਜੰਮਣ ਕਰਕੇ ਮਾਤਾ ਪਿਤਾ ਪ੍ਰਣਾਮ ਜਾਂਦੇ ਹਨ। ਸੱਚ, ਉਹ ਪਰਮਾਤਮਾ ਸੱਚਾ ਹੈ। ਇਤਨਾ ਆਖਣ ਦੇ ਪ੍ਰਣਾਮ ਬਾਅਦ ਦੂਰ ਹੋ ਗਿਆ। ਸਤ ਸੁਹਾਣ ਸਦਾ ਮਨ ਚਾਓ। ਸਿੱਧਾ ਆਖਿਆ, ਉਹ ਪਰਮਾਤਮਾ ਕਿਤਨੇ ਕਾਲ ਰਹਿਣ ਵਾਲਾ ਹੈ, ਅਰਥਾਤ 3 ਕਾਲ ਰਹਿਣ ਵਾਲਾ ਹੈ ਜਾਂ 4 ਕਾਲ।
क्योंकि सिद्धां दे मन विच इह चलाकी सी कि जे गुरु जी काल चार काल कहेंगे तो असीं तीन काल कहांगे, जे गुरु जी तीन काल कहेंगे तो असीं चार काल कहांगे। गुरु जी ने उत्तर दिता, आद सच जुगाद सच। सृष्टि की उत्पत्ति तो आद पहला वो परमात्मा सच्चा सी। सृष्टि की उत्पत्ति विच जुगां दी आद सत जुग विच भी वो सच्चा सी। है भी सच नानक होसी भी सच। हुण वर्तमान समय विच भी परमात्मा सच्चा है। सतगुरुदेव जी आखदे हन अगे भविख काल विच भी वो परमात्मा सच्चा होवेगा। है भी साचा होवनहार सदा सदा जाई बलिहार। आद जुगादी है भी होसी आवर झूठा सब मानो। बड़ा कर सलाहना है भी होसी सोए। सिद्धां आख्या आप जी ने चार काल आखे हैं, शास्त्रा विच तां तीन काल लिखे हैं। गुरु जी आखदे हन तीन काल भी सीधे अवरत हन। आद सच जुगाद सच। निश्चय करके सब ही आखदे हन। आद रूप परमात्मा जुगा दी आद सतयुग विच भी सच्चा सी अथवा जुग तो संभू मुन ते सत स्वरूपा। दो जड़ जंगम चार पौण अग्नि जल धरती इन्हां चार तत्तां दी आद तो जो आकाश है उसकी कल्पना तो पहला भी वो परमात्मा सच्चा सी। है भी सच वर्तमान समय विच भी वो सच है। नानक होसी भी सच। सतगुरु जी नानक देव जी कह रहे हैं भविखत काल विच भी सच स्वरूप होएगा। फिर सिद्धा आख्या असी अपने आप नूं की निश्चय करिए साडा की स्वरूप है। तो गुरु जी ने उत्तर दिता आद सच जुगाद सच। है भी सच नानक होसी भी सच। साध संगत जी है भी होसी भी सच। तो गुरु जी कहते हैं आद सच जुगाद सच। निश्चय करके गुरु साहब जी जुगाद उचारते हैं। जद रस्सी विच सप की कल्पना नहीं हुई सी तद आद पहला भी रस्सी सच सी। है भी सच। जिस वेले भरम करके सप की कल्पना हो गई तां भी रस्सी सच है। रज्जू कोई होर नहीं हो जाती। नानक होसी भी सच। चानण होण करके जिस वेले सप का भरम दूर हो गया तां भी रज्जू सच है। हे सिद्धो इसी तरह तुसी अपने स्वै रूप नूं निश्चय करो। ब्रह्म रूप नूं रजो ते जगतम रूप सप है। जिस वेले जगत रूप सप की कल्पना नहीं सी हुई तिस वेले भी ब्रह्म स्वरूप रजू सच सी। जद जगत रूप सप की कल्पना हुई तद भी ब्रह्म रूप रजो सच है। जह ब्रह्म ज्ञान होने करके जगत रूप नूं सप की भ्रांति दूर हो गई तद भी ब्रह्म रूप रजू सच है। ਉਹੀ ब्रह्म स्वरूप तुसी अपने आप नूं निश्चय करो। श्री गुरु अंगद साहिब जी ने भी इसे तरह बेनती की असी अपने आप नूं भी निश्चय करिए। उन्हां प्रति भी श्री गुरु नानक पातशाह जी ने भी उपदेश दिता। परंतु ये नियम है कि ज्ञान तो बिना कदे मुक्ति नहीं हो सकती। एक मोक्ष को ज्ञान एक नहीं कर्म नहीं ध्यान।
रजू सर्प तब ही नसै, होए रजू को ज्ञान। ਇਹ ਸਾਧ ਸੰਗਤ ਜੀ, ਆਪਣੇ ਦਾਸ ਦੀ ਹਾਜ਼ਰੀ ਪ੍ਰਵਾਨ ਕਰਿਓ, ਹੋਈਆਂ ਗਲਤੀਆਂ ਦੀ ਖਿਮਾ ਕਰਿਓ। ਕਲ ਜੁਗੀ ਜੀਵ ਹਾਂ, ਖਿਨ ਖਿਨ ਭੁੱਲਣ ਹਾਰ ਹਾਂ। ਸਤਿਗੁਰੂ ਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਯੋਗ ਹੈ। ਸੋ ਪਰਮਾਤਮਾ ਕਿਰਪਾ ਕਰੇ, ਸਵਾਸ ਗਰਾਸ ਤੇ ਤੰਦਰੁਸਤੀ ਬਖਸ਼ੇ। ਆਪਾਂ ਅਗਲੀ ਵਿਆਖਿਆ ਹੈ ਜੋ ਉਹ ਕੱਲ ਨੂੰ ਵਿਚਾਰਾਂਗੇ, ਸਰਵਣ ਕਰਾਂਗੇ। ਸੋ ਅੱਜ ਦਾਸ ਦੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।